ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ। ਗਾਵੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸਚ ਧਿਆਵਹਿ। ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ। ਗਾਵੋ ਤਾਂ ਸੋਹਿਲਾ ਘਰ ਸਾਚੈ, ਜਿਥੈ ਸਦਾ ਸਚ ਧਿਆਵਹਿ। ਸਚੋ ਧਿਆਵੇਂ ਜਾਂ ਤੁਧ ਭਾਵੇਂ, ਗੁਰਮੁਖ ਜਿਨਾ ਬੁਝਾਵਹਿ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸਚ ਸੋਹਿਲਾ ਸਚੈ ਘਰ ਗਾਵਹਿ। ਕਹਿ ਨਾਨਕ ਸਚ ਸੋਹਿਲਾ ਸਚੈ ਘਰ ਗਾਵਹਿ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਆਪਣਾ ਸੀਸ ਨਵਾ ਕੇ ਗੁਰੂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਪਰਮ ਪਵਿੱਤਰ ਜਗਤ ਪ੍ਰਸਿੱਧ ਰਚਨਾ ਆਨੰਦ ਸਾਹਿਬ, ਜਿਸ ਦੀ ਆਪਾਂ ਵਿਚਾਰ ਕਰ ਰਹੇ ਹਾਂ ਲੜੀਵਾਰ, 39 ਨੰਬਰ ਦੀ ਪੌੜੀ ਜਿਹੜੀ ਹੈ ਉਹਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਿਸ ਪੌੜੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਉਹ ਇੱਕ ਖੁਸ਼ੀ ਦਾ ਗੀਤ ਹੈ। ਖੁਸ਼ੀ ਇਨਸਾਨ ਦੇ ਲਾਈਫ ਵਿੱਚ, ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਾਇਨੇ ਰੱਖਦੀ ਹੈ ਅਤੇ ਗਮੀ ਵੀ ਰੱਖਦੀ ਹੈ। ਪਰ ਗਮੀ ਦੇ ਵਿੱਚ ਇਨਸਾਨ ਮੁਰਝਾ ਜਾਂਦਾ ਹੈ ਅਤੇ ਖੁਸ਼ੀ ਦੇ ਵਿੱਚ ਬੰਦਾ ਖਿੜ ਜਾਂਦਾ ਹੈ। ਪਰ ਖੜਾਓ ਦਾ ਨਾਮ ਹੀ ਲਾਈਫ ਹੈ। ਮੁਰਝਾ ਜਾਣਾ ਲਾਈਫ ਨਹੀਂ ਹੈ, ਖਿੜਨਾ ਹੀ ਲਾਈਫ ਹੈ। ਸਤਿਗੁਰੂ ਜੀ ਨੇ ਇਸ ਪਾਵਨ ਪੌੜੀ ਦੇ ਵਿੱਚ ਬਖਸ਼ਿਸ਼ ਕਰਕੇ ਸਾਨੂੰ ਕੀ ਸਮਝਾਇਆ, ਇੱਕ ਇੱਕ ਪੰਕਤੀ ਲੈ ਕੇ ਚੱਲਦੇ ਹਾਂ। ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ। ਕਹਿੰਦੇ ਨੇ, ਹੇ ਭਾਈਓ, ਪਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਇਹ ਬਾਣੀ ਹੈ, ਇਹ ਇੱਕ ਖੁਸ਼ੀ ਦਾ ਗੀਤ ਹੈ। ਸੋਹਿਲਾ ਭਾਵ ਖੁਸ਼ੀ ਦਾ ਗੀਤ, ਜਿਹੜਾ ਕਿ ਸਾਡੇ ਆਤਮਿਕ ਜੀਵਨ ਨੂੰ ਆਨੰਦ ਦਿੰਦਾ ਹੈ ਅਤੇ ਆਤਮਿਕ ਆਨੰਦ ਦੀ ਬਖਸ਼ਿਸ਼ ਕਰਦਾ ਹੈ। ਦੇਖੋ, ਸਾਡੇ ਦੋ ਸੰਸਾਰ ਹੁੰਦੇ ਹੈ, ਸਾਡੀ ਦੋ ਦੁਨੀਆ, ਦੋ ਤਰ੍ਹਾਂ ਦੀ ਦੁਨੀਆ। ਇੱਕ ਵਿਖਾਵੇ ਦੀ ਬਾਹਰਲੀ, ਇੱਕ ਅੰਦਰ ਦੀ, ਜਿਹੜੀ ਮੈਂ ਖੁਦ ਆਪਣੇ ਆਪ ਨੂੰ ਦੇਖ ਸਕਦਾ ਤਾਂ ਜਾਂ ਮੇਰਾ ਸਤਿਗੁਰੂ ਦੇਖ ਸਕਦਾ। ਜਿਹੜੀ ਤਾਂ ਵਿਖਾਵੇ ਦੀ ਜ਼ਿੰਦਗੀ ਹੈ, ਵਿਖਾਵੇ ਦੀ ਦੁਨੀਆ ਹੈ, ਉਹਦੇ ਵਿੱਚ ਬੰਦਾ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ, ਮੂੰਹ ਤੋਂ ਹੱਸੇਗਾ ਤੇ ਉਹਦਾ ਦੁੱਖ ਛੁਪ ਜਾਣਾ। ਕਿੰਨੀ ਵੀ ਗਰੀਬੀ ਕਿਉਂ ਨਾ ਹੋਵੇ, ਚੰਗੇ ਕੱਪੜੇ ਪਾਲੇਗਾ ਤਾਂ ਗਰੀਬੀ ਜਿਹੜੀ ਉਹ ਲੁਕ ਜਾਣੀ। ਕਿੰਨਾ ਵੀ ਇਨਸਾਨ ਮਾੜਾ ਕਿਉਂ ਨਾ ਹੋਵੇ, ਮਾੜੇਪਣ ਨੂੰ ਉਹਦੀ ਦੌਲਤ ਲੁਕਾ ਦੇਗੀ, ਉਹਦੀ ਵਿਖਾਵੇ ਵਾਲੀ ਚੰਗਿਆਈ ਜਿਹੜੀ ਉਹ ਲੁਕਾ ਦੇਗੀ। ਪਰ ਜਿਹੜਾ ਤੁਹਾਡਾ ਆਤਮਿਕ ਜੀਵਨ ਹੈ, ਉੱਥੇ ਗੁਰਦੇਵ ਜੀ ਨੇ ਆਖਿਆ, ਕਹਿੰਦੇ ਇਸ ਚੀਜ਼ ਦਾ ਗੁਰੂ ਨੂੰ ਪਤਾ ਹੈ। ਉੱਥੇ ਕੋਈ ਲੁਕਾ ਛਪਾ ਵਾਲੀ ਗੱਲ ਨਹੀਂ ਹੈ। ਉੱਥੇ ਤਾਂ ਜੋ ਜਿੱਦਾਂ ਦਾ ਹੈ ਉੱਦਾਂ ਦਾ ਹੀ ਉਹ ਸਾਹਮਣੇ, ਗੁਰੂ ਨੂੰ ਪਤਾ ਲੱਗ ਜਾਣਾ। ਜਿੱਦਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਵਾਰੀ ਕੁਝ ਸਿੱਖ ਆਏ ਤੇ ਕਦੇ ਸਹਿ ਸੁਭਾਅ ਕਹਿ ਬੈਠੇ ਵੀ ਆਪਾਂ ਤਾਂ ਗੁਰੂ ਤੋਂ ਜਾਣ ਵੀ ਦੇਣ ਨੂੰ ਤਿਆਰ ਆ। ਤਾਂ ਸਤਿਗੁਰੂ ਜੀ ਨੂੰ ਪਤਾ ਸੀ ਵਿਖਾਵੇ ਵਾਲੀ ਗੱਲਾਂ ਕਰਦੇ ਫਿਰਦੇ ਆ, ਤਾਂ ਮਹਾਰਾਜ ਨੇ ਉਹਨਾਂ ਨੂੰ ਨਾ ਉੱਥੇ ਰੋਕੀ ਰੱਖਿਆ ਅਨੰਦਪੁਰ ਸਾਹਿਬ ਦੇ ਵਿੱਚ, ਵੀ ਰੁਕ ਜਾਓ, ਜਦੋਂ ਤੱਕ ਮੈਂ ਨਾ ਕਹਾਂ ਜਾਇਓ ਨਾ। ਉਹ ਰੁਕੀ ਰਹੇ। ਹਫ਼ਤਾ, 2 ਹਫ਼ਤੇ, ਮਹੀਨੇ ਲੰਘ ਗਏ। ਉਹਨਾਂ ਨੇ ਸਤਿਗੁਰੂ ਨੇ ਕਿਹਾ ਵੀ ਆਪਾਂ ਤਾਂ ਜਾਣਾ। ਮਹਾਰਾਜ ਨੇ ਕਿਹਾ ਵੀ ਤੁਸੀਂ ਤਾਂ ਮੈਨੂੰ ਕਿਹਾ ਵੀ ਇਹ ਜ਼ਿੰਦਗੀ ਹੀ ਸਤਿਗੁਰੂ ਤੇਰੇ ਹਵਾਲੇ ਹੈ, ਅਤੇ ਹੁਣ ਟੈਨਸ਼ਨ ਨਾ ਲਓ, ਛੱਡ ਦਿਓ ਇਹ ਸਾਰੀ ਕਹਾਣੀ, ਇਹ ਗੁਰੂ ਜਾਣੇ ਅਤੇ ਤੁਸੀਂ ਜਾਣੋ। ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ। ਵਿਖਾਵੇ ਵਾਲੇ ਸੀ, ਵਿਖਾਵਾ ਸੀ, ਅਸਲੀਅਤ ਨਹੀਂ ਸੀ। ਵਿਖਾਵੇ ਵਾਲੇ ਸਨ ਅਤੇ ਬੜਕਾਂ ਮਾਰ ਬੈਠੇ ਜਾਦੀਆਂ। ਵਿਚਾਰ ਕੀਤੀ ਉਹਨਾਂ ਨੇ ਆਪਸ ਵਿੱਚ ਵੀ ਗੁਰੂ ਨੇ ਇੱਦਾਂ ਨਹੀਂ ਜਾਣ ਦੇਣਾ, ਇੱਕ ਭਾਣਾ ਵਰਤਾਉਂਦੇ ਆ। ਉਹਨਾਂ ਵਿੱਚੋਂ ਇੱਕ ਜਾਣੇ ਨੇ ਇਹ ਗੱਲ ਮੰਨ ਲਈ ਵੀ ਮੈਂ ਝੂਠੀ ਮੂਠੀ ਮਰ ਜਾਊਂਗਾ, ਅਤੇ ਉਹਦੇ ਤੋਂ ਬਾਅਦ ਜਦੋਂ ਤੁਹਾਡਾ ਸੰਸਕਾਰ ਕਰਨ ਵਾਸਤੇ ਬਾਹਰ ਜਾਣਗੇ, ਭੱਜ ਭੁੱਜ ਜਾਇਓ। ਜਿਸ ਟਾਈਮ ਉਹਨਾਂ ਨੇ ਇਹ ਭਾਣਾ ਵਰਤਾਇਆ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਲੱਗਾ, ਮਹਾਰਾਜ ਕਹਿੰਦੇ ਵੀ ਅਸੀਂ ਵੀ ਨਾਲ ਹੀ ਜਾਵਾਂਗੇ ਸੰਸਕਾਰ ਕਰਨ ਵਾਸਤੇ, ਅਤੇ ਸੰਸਕਾਰ ਵੀ ਆਪਾਂ ਆਪਣੇ ਹੱਥੀਂ ਕਰਨਾ। ਜਦੋਂ ਸਤਿਗੁਰੂ ਉਹਦਾ ਸਿੱਖ ਦਾ ਸੰਸਕਾਰ ਕਰਨ ਲੱਗੇ ਅਤੇ ਉਹ ਬੜਕ ਕਰਦਾ ਬਾਹਰ ਉੱਠ ਪਿਆ, ਆ ਗਿਆ ਬਾਹਰ। ਬਹੁਤੇ ਲੋਕ ਭੱਜ ਗਏ ਵੀ ਸ਼ਾਇਦ ਭੂਤ ਆ ਗਿਆ। ਮਹਾਰਾਜ ਨੇ ਉੱਥੇ ਹੀ ਫੜ ਲਿਆ ਬਾਹੋਂ, ਅਤੇ ਸਤਿਗੁਰੂ ਨੇ ਕਿਹਾ ਵੀ ਜਿੰਨੀਆਂ ਬੜਕਾਂ ਮਾਰਦੇ ਸੀ ਨਾ, ਉਨੇ ਯੋਗ ਹੈ ਨਹੀਂ ਸੀ ਅਜੇ। ਜਿਹੜੇ ਸੀਸ ਦੇਣ ਵਾਲੇ ਹੁੰਦੇ ਨੇ ਬੜਕਾਂ ਨਹੀਂ ਮਾਰਦੇ। ਉਹ ਤਾਂ ਕਹਿੰਦੇ ਮਹਾਰਾਜ
ਇਹ ਹੁਣ ਵੀ ਤੇਰਾ ਤੇ ਕੱਲ ਵੀ ਤੇਰਾ। ਪਰ ਬਹੁਤੀਆਂ ਬੜਕਾਂ ਮਾਰਨ ਵਾਲੇ ਬਹੁਤੇ ਵੱਡੇ ਸਿੱਖ ਨਹੀਂ ਹੁੰਦੇ। ਤੇ ਜੋ ਹੁਣ ਤੁਸੀਂ ਇਹ ਹਰਕਤ ਕੀਤੀ ਹੈ, ਅੱਜ ਤੋਂ ਬਾਅਦ ਤਾਂ ਇਹ ਪਤਾ ਲੱਗ ਗਿਆ ਵੀ ਤੁਹਾਡਾ ਵਿਖਾਵਾ ਹੀ ਹੈ। ਉੱਥੇ ਉਹ ਚਰਨੀ ਲੱਗ ਕੇ ਸਤਿਗੁਰੂ ਦੇ ਕੋਲੋਂ ਉਹਨਾਂ ਨੇ ਮਾਫੀ ਮੰਗੀ ਕਿ ਮਹਾਰਾਜ ਬਸ ਗੱਲਾਂ ਵਾਲੀ ਸਾਂ, ਪਰ ਅਮਲੀ ਜੀਵਨ ਨਹੀਂ ਸੀ ਕਮਾਇਆ। ਹੁਣ ਇਹ ਕਿਰਪਾ ਕਰੋ ਕਿ ਸਾਡਾ ਜੀਵਨ ਵੀ ਅਮਲੀ ਬਣੇ, ਤੇ ਆਹ ਜੋ ਕੁਝ ਸਾਥੋਂ ਹੋਇਆ ਇਹਦੀ ਮਾਫੀ ਦੇ ਦਿਓ, ਸਾਨੂੰ ਖਿਮਾ ਕਰ ਦਿਓ। ਅਸੀਂ ਤਾਂ ਜਾਨ ਛਡਾਉਣਾ ਚਾਹੁੰਦੇ ਸੀ, ਪਰ ਨਹੀਂ। ਹੁਣ ਇਸ ਚੀਜ਼ ਦਾ ਪਤਾ ਲੱਗਾ ਕਿ ਗੁਰੂ ਹੀ ਜ਼ਿੰਦਗੀ ਹੈ, ਗੁਰੂ ਹੀ ਜਾਨ ਹੈ। ਸੋ ਵਿਖਾਵਾ ਜਿਹੜਾ, ਉੱਥੇ ਇਨਸਾਨ ਫਸ ਜਾਂਦਾ। ਆਪਾਂ ਕਈ ਵਾਰੀ ਇਹ ਭੁਲੇਖਾ ਖਾ ਜਾਂਦੇ ਹਾਂ, ਗੁਰੂ ਨੂੰ ਨਹੀਂ ਪਤਾ ਹੋਣਾ ਸਾਡੇ ਅੰਦਰ ਕੀ ਚੱਲ ਰਿਹਾ। ਪਰ ਇੱਥੇ ਆਪਾਂ ਗਲਤੀ ਖਾਂਦੇ, ਗੁਰੂ ਨੂੰ ਪਤਾ ਹੁੰਦਾ ਸਾਡੇ ਅੰਦਰ ਕੀ ਚੱਲ ਰਿਹਾ। ਸੋ ਪਿਆਰਿਓ, ਇਹ ਸਾਚਾ ਸੋਹਿਲਾ ਜਿਹੜਾ ਭਾਵ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦਾ ਨਾਮ, ਵਾਹਿਗੁਰੂ ਦੇ ਗੁਣ, ਅਮਲੀ ਜੀਵਨ ਜਿਹੜਾ ਉਹਨੂੰ ਆਪਣੀ ਲਾਈਫ ਵਿੱਚ ਹੰਢਾਉਣਾ, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਕਮਾ ਲੈਣ ਦਾ ਨਾਮ ਹੀ ਉਹਦਾ ਸਿਮਰਨ ਹੈ। ਇਹ ਇੱਕ ਸੋਹਿਲਾ ਹੈ। ਪਰਮਾਤਮਾ ਦੇ ਜਿਹੜੇ ਗੁਣ ਇੱਕ ਸੋਹਿਲਾ ਹੈ, ਇੱਕ ਸੁਹਾਗ ਦਾ ਗੀਤ ਹੈ, ਇੱਕ ਖੁਸ਼ੀ ਦਾ ਗੀਤ ਹੈ, ਜਿਹੜਾ ਆਤਮਿਕ ਆਨੰਦ ਦੀ ਦਾਤ ਬਖਸ਼ਦਾ ਹੈ। ਸਾਚੈ ਘਰ ਗਾਓ। ਹੁਣ ਸੱਚਾ ਘਰ ਕਿਹੜਾ? ਸੱਚਾ ਘਰ ਕਿਹੜਾ ਜਿੱਥੇ ਬਹਿ ਕੇ ਗਾਉਣਾ? ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਅਰਥ ਕੀਤੇ ਨੇ ਕਿ ਇਹ ਬਾਣੀ ਸਾਧ ਸੰਗਤ ਵਿੱਚ ਬੈਠ ਕੇ ਗਾਉਣੀ ਚਾਹੀਦੀ ਹੈ। ਸਾਧ ਸੰਗਤ ਵਿੱਚ ਬੈਠ ਕੇ ਗਾਓ। ਸਾਧ ਸੰਗਤ, ਸਾਧ ਭਾਵ ਗੁਰੂ, ਗੁਰੂ ਦੀ ਕਮਾਈ ਕਰਨ ਵਾਲੇ ਲੋਕਾਂ ਨੂੰ ਸੰਗਤ ਕਿਹਾ ਜਾਂਦਾ। ਉਹ ਸੱਚਾ ਘਰ ਹੈ। ਦੋ ਗੱਲਾਂ ਨਿਕਲਦੀਆਂ ਨੇ ਇਹਦੇ ਵਿੱਚੋਂ। ਦੇਖੋ, ਇਹ ਜਿਹੜਾ ਪਰਮਾਤਮਾ ਦਾ ਨਾਮ ਹੈ, ਖੁਸ਼ੀ ਦਾ ਗੀਤ ਹੈ, ਤੇ ਹੇ ਗੁਰੂ ਦੇ ਪਿਆਰਿਓ, ਸਾਚੈ ਘਰ ਗਾਓ, ਇਹਨੂੰ ਸੱਚੇ ਘਰ ਵਿੱਚ ਗਾਓ। ਭਾਵ ਉਹਨਾਂ ਲੋਕਾਂ ਦੇ ਵਿੱਚ ਬੈਠੋ ਜਿਹੜੇ ਰੱਬ ਨੂੰ ਪਹੁੰਚੇ ਹੋਏ, ਭਾਵ ਜਿਨ੍ਹਾਂ ਦਾ ਜੀਵਨ ਸੱਚਮੁੱਚ ਸੱਚ ਬਣ ਚੁੱਕਾ। ਉਹਨਾਂ ਦੀ ਸੰਗਤ ਕਰੋ ਜਿਹੜੇ ਸੱਚ ਨਾਲ ਸਮਝੌਤਾ ਕਰ ਚੁੱਕੇ ਹੈ। ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾਤਾ, ਜਿਨ੍ਹਾਂ ਦੀ ਲਾਈਫ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੁਣ ਕੋਈ ਕਮੀ ਨਹੀਂ ਹੈ, ਕੋਈ ਘਾਟ ਨਹੀਂ ਹੈ, ਕੋਈ ਔਗਣ ਨਹੀਂ ਹੈ। ਉਹਨਾਂ ਦੀ ਸੰਗਤ ਵਿੱਚ ਜਦੋਂ ਬੈਠੋਗੇ ਤੇ ਫਿਰ ਸਮਝ ਲੱਗੇਗੀ ਕਿ ਇਹ ਜਿਹੜਾ ਖੁਸ਼ੀ ਦਾ ਗੀਤ ਹੈ, ਇਹ ਟਿਕਾਓ ਵਾਲੇ ਘਰ 'ਚ ਗਾਇਆ ਜਾਂਦਾ। ਭਾਵ ਜਦੋਂ ਅਸੀਂ ਟਿਕ ਜਾਂਦੇ ਹਾਂ, ਉਦੋਂ ਇਹ ਆਤਮਿਕ ਆਨੰਦ ਦੀ ਦਾਤ ਸਾਨੂੰ ਬਖਸ਼ਦਾ ਹੈ। ਜਿਸ ਤਰ੍ਹਾਂ ਬੱਦਲ ਜਦੋਂ ਭਰ ਜਾਂਦੇ ਨੇ ਤਾਂ ਮੀਂਹ ਦਾ ਰੂਹ ਬਣਦੇ ਹੈ, ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰ ਗੁਣਾਂ ਦੀ ਦਾਤ ਵੱਧਦੀ ਜਾਏਗੀ, ਬਣਦੀ ਜਾਏਗੀ, ਇਕੱਠੇ ਹੁੰਦੇ ਜਾਣਗੇ ਗੁਣ, ਤਾਂ ਰਹਿਮਤ ਦਾ ਮੀਂਹ ਵਰਸੇਗਾ, ਤੇ ਉਹ ਰਹਿਮਤ ਦਾ ਮੀਂਹ ਸਾਡੇ ਲਈ ਬਹੁਤ ਚੰਗਾ ਹੋਏਗਾ, ਸਾਡੇ ਸਾਰੇ ਅਵਗੁਣ ਧੋ ਦੇਵੇਗਾ। ਸੋ ਸਾਚੈ ਘਰ ਗਾਓ, ਗੁਰੂ ਦੀ ਸੰਗਤ ਵਿੱਚ ਬੈਠ ਕੇ ਐ ਪਿਆਰਿਓ ਪਰਮਾਤਮਾ ਦੇ ਪਵਿੱਤਰ ਚਰਨਾਂ ਵਿੱਚ ਜੁੜੋ। ਇੱਥੇ ਤਾਕੀਦ ਹੈ, ਕੋਸ਼ਿਸ਼ ਕਰੋ ਉਹਨਾਂ ਲੋਕਾਂ ਤੋਂ ਦੂਰ ਰਹਿਣ ਦੀ ਜਿਹੜੇ ਰਾਤ ਦਿਨ ਚੁਗਲੀ ਨਿੰਦਿਆ ਦੇ ਵਿੱਚ ਜੁੜੇ ਰਹਿੰਦੇ ਹੈ, ਜਿਹੜੇ ਪਰਮਾਤਮਾ ਤੋਂ ਟੁੱਟੇ ਹੈ, ਜਿਹੜੇ ਅੰਦਰੋਂ ਰੱਬ ਤੋਂ ਜਿਹੜੇ ਉਹ ਆਪਣੇ ਆਪ ਨੂੰ ਦੂਰ ਕਰ ਚੁੱਕੇ ਹੈ। ਇੱਥੇ ਮਾੜਾ ਨਹੀਂ ਕਿਸੇ ਨੂੰ, ਪਰ ਮਾੜਿਆਂ ਦੀ ਸੰਗਤ ਭਾਵ ਉਹਨਾਂ ਲੋਕਾਂ ਦੀ ਜਿਹੜੇ ਨਹੀਂ ਸੁਧਰਨਾ ਚਾਹੁੰਦੇ, ਉਹ ਤੁਹਾਨੂੰ ਵੀ ਵਿਗਾੜਦੀ ਹੈ। ਸੋ ਅੱਗੇ ਕਹਿੰਦੇ, ਗਾਵੋ ਤਾਂ ਸੋਹਿਲਾ ਘਰ ਸੱਚ ਹੈ। ਗੁਰੂ ਦੀ ਸੰਗਤ ਕਰੋ, ਉੱਥੇ ਬੈਠ ਕੇ ਪਰਮਾਤਮਾ ਨੂੰ ਯਾਦ ਕਰੋ, ਇਹ ਗੀਤ ਗਾਓ, ਇਹ ਖੁਸ਼ੀ ਤੁਹਾਨੂੰ ਦੇਣਗੇ। ਜਿੱਥੇ ਸਦਾ ਸੱਚ ਤੇ ਆਵੇਂ, ਕਿੱਥੇ ਜੀ ਭਲਾ? ਕਿਹੜਾ ਉਹ ਸੱਚਾ ਘਰ ਕਿਹੜਾ? ਜਿੱਥੇ ਬੈਠੇ ਹੋਏ ਲੋਕ ਸਦਾ ਸੱਚ ਤੇ ਹੁੰਦੇ ਹੈ, ਸੱਚ ਨੂੰ ਧਿਆਉਂਦੇ ਹੈ, ਸੱਚੀਆਂ ਗੱਲਾਂ ਕਰਦੇ ਹੈ, ਸੱਚ ਦੇ ਨਾਲ ਅੰਦਰੋਂ ਬਾਹਰੋਂ ਜਿਹੜੇ ਉਹਨਾਂ ਦਾ ਨਬੇੜਾ ਹੋ ਚੁੱਕਾ ਜ਼ਿੰਦਗੀ ਦਾ, ਸੱਚ ਦੇ ਨਾਲ ਅੰਦਰੋਂ ਬਾਹਰੋਂ ਓਤ ਪੋਤ ਹੋ ਚੁੱਕੇ ਨੇ। ਗੁਰੂ ਦੀ ਸੰਗਤ ਤਾਂ ਸੱਚ ਦਾ ਘਰ ਹੈ। ਪਰ ਇੱਕ ਚੀਜ਼ ਹੋਰ ਇੱਥੇ ਸੁਣ ਲਿਓ, ਜੇ ਸੰਗਤ ਦੇ ਵਿੱਚ ਸੱਚ ਹੀ ਨਹੀਂ ਬੋਲਿਆ ਜਾ ਰਿਹਾ, ਉਹ ਫਿਰ ਸੱਚਾ ਘਰ ਨਹੀਂ। ਜੇ ਸੰਗਤ ਵਿੱਚ ਸੱਚੀਆਂ ਗੱਲਾਂ ਨਹੀਂ ਗੁਰੂ ਦੀਆਂ ਕੀਤੀਆਂ ਜਾ ਰਹੀਆਂ, ਉਹ ਸੱਚਾ ਘਰ ਨਹੀਂ। ਜੇ ਗੁਰੂ ਦੀ ਸੰਗਤ ਆਪਾਂ ਕਰਦੇ ਹਾਂ, ਲੇਕਿਨ ਉਹ ਸੰਗਤ ਵਿੱਚ ਇਤਿਹਾਸ ਨਹੀਂ ਸੁਣਾਇਆ ਜਾ ਰਿਹਾ, ਉਹ ਫਿਰ ਸੰਗਤ ਨਹੀਂ ਹੈ। ਇਹ ਤੁਸੀਂ ਨਿਬੇੜਾ ਕਰਨਾ ਕਿ ਆਪਾਂ ਕਿੱਦਾਂ ਦੀ ਸੰਗਤ ਕਰਨੀ ਹੈ। ਹੁਣ ਮੈਂ ਤੁਹਾਨੂੰ ਇਹ ਦੱਸ ਦੇਵਾਂ, ਆਪਣੇ ਗੁਣਾਂ ਦੀ ਸੰਗਤ ਵੀ ਕਰਿਆ ਕਰੋ। ਜਿਹੜੇ ਗੁਣ ਆਪਾਂ ਗੁਰੂ ਦੇ ਕੋਲੋਂ ਰਾਤ ਦਿਨ ਗੁਣ ਇਕੱਤਰ ਕਰਨੇ, ਉਹ ਗੁਣ ਹੀ ਤੁਹਾਡਾ ਪਰਿਵਾਰ ਬਣ ਜਾਏ, ਉਹ ਗੁਣ ਹੀ ਤੁਹਾਡੀ ਸੰਗਤ ਬਣ ਜਾਏ। ਉਹਨਾਂ ਗੁਣਾਂ ਨੂੰ ਆਪਣੇ ਅੰਦਰ ਇਕੱਤਰ ਕਰੋ, ਉਹਨਾਂ ਦੀ ਨਿਤ ਸੰਗਤ ਕਰਿਆ ਕਰੋ। ਕਦੇ ਦਿਨ ਦੇ ਵਿੱਚ ਸ਼ਾਂਤ ਬੈਠ ਕੇ ਆਪਣੇ ਆਪ ਦੀ ਵਿਚਾਰ ਕਰਿਆ ਕਰੋ, ਅਸੀਂ ਕੀ ਖੱਟਿਆ, ਕੀ ਕਮਾਇਆ। ਬਹੁਤ ਕੁਝ ਜਿਹੜੀ ਜ਼ਿੰਦਗੀ ਹੈ ਉਹ ਤੁਹਾਨੂੰ ਤੁਹਾਡਾ ਆਪਣਾ ਆਪ ਵਿਖਾ ਦੇਗੀ। ਸੱਚੋ ਧਿਆਵੇਂ ਜਾਂ ਤੁਧ ਭਾਵੇਂ। ਹੁਣ ਉਹ ਕੌਣ ਨੇ ਜਿਹੜੇ ਸੱਚ ਨੂੰ ਧਿਆਉਂਦੇ ਹੈ? ਜਿਹੜੇ ਤੈਨੂੰ ਚੰਗੇ ਲੱਗਦੇ। ਮਹਾਰਾਜ ਕਹਿੰਦੇ ਵਾਹਿਗੁਰੂ, ਜਿਹੜੇ ਲੋਕ ਤੁਹਾਨੂੰ ਚੰਗੇ ਲੱਗਣੇ ਸ਼ੁਰੂ ਹੋ ਜਾਂਦੇ ਨੇ, ਅਸਲ 'ਚ ਉਹੀ ਤੇਰਾ ਸਿਮਰਨ ਕਰਦੇ ਹੈ।
ਉਹੀ ਸੱਚ ਤੇ ਹੁੰਦੇ ਆ, ਉਹੀ ਤੇਰੇ ਗੁਣਾਂ ਨੂੰ ਇਕੱਤਰ ਕਰਦੇ ਆ। ਗੁਰਮੁਖ ਜਿੰਨਾ ਬੁਝਾਵੇਂ, ਪਰ ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਤੂੰ ਸੱਚ ਦੀ ਜਿਹੜੀ ਹੈ ਉਹ ਸਮਝ ਦੇ ਦਿੰਦਾ, ਤੂੰ ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਸੂਝ ਦੇ ਦਿੰਦਾ। ਕਾਹਦੀ ਸੂਝ ਹੀ ਭਲਾ? ਕਾਹਦੀ ਸੂਝ? ਇਸ ਸੰਸਾਰ ਦੀ। ਕਾਹਦੀ ਸੂਝ? ਜੰਮਣ ਮਰਨ ਦੀ। ਕਾਹਦੀ ਸੂਝ? ਜ਼ਿੰਦਗੀ ਵਿੱਚ ਕਿੱਦਾਂ ਤੁਰਨਾ, ਇਹ ਚੀਜ਼ ਦੀ ਸੂਝ ਦੇ ਦਿੰਦਾ ਗੁਰੂ। ਤੇ ਗੁਰੂ ਸੂਝ ਕਿੱਥੋਂ ਦਿੰਦਾ? ਪਰਮਾਤਮਾ ਤੋਂ ਲੈ ਕੇ। ਜਿਹੜੇ ਉਸ ਚੀਜ਼ ਨੂੰ ਸਮਝ ਲੈਂਦੇ ਨਾ ਜ਼ਿੰਦਗੀ ਹੈ ਕੀ ਹੈ, ਉਹਨਾਂ ਦੇ ਲਈ ਪਰਮਾਤਮਾ ਦੇ ਗੁਣ ਮੀਂਹ ਦਾ ਹੀ ਕੰਮ ਕਰਦੇ। ਬਹੁਤੇ ਤਾਂ ਸਾਡੇ ਵਰਗਿਆਂ ਨੂੰ ਜ਼ਿੰਦਗੀ ਦੀ ਸਮਝ ਨਹੀਂ ਲੱਗਦੀ, ਆਪਾਂ ਭੁੱਲੇ ਹੀ ਰਹਿੰਦੇ ਹਾਂ, ਭਟਕੀ ਰਹਿੰਦੇ ਹਾਂ ਲਾਈਫ ਦੇ ਵਿੱਚ। ਪਰ ਇਹ ਸੂਝ ਤਾਂ ਗੁਰੂ ਨੇ ਦੇਣੀ ਹੈ, ਸਤਿਗੁਰੂ ਨੇ ਬਖਸ਼ਿਸ਼ ਕਰਨੀ ਹੈ। ਕਹਿ ਸਿਖਾ, ਆ ਮੈਂ ਤੈਨੂੰ ਤੁਰਨਾ ਸਿਖਾਵਾਂ, ਆ ਮੈਂ ਤੈਨੂੰ ਬੈਠਣਾ ਸਿਖਾਵਾਂ, ਆ ਮੈਂ ਤੈਨੂੰ ਖਾਣਾ ਪੀਣਾ ਸਿਖਾਵਾਂ, ਆ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਮੀਆਂ ਨੇ ਉਹ ਮੈਂ ਤੈਨੂੰ ਦੱਸਾਂ। ਜਦੋਂ ਗੁਰੂ ਇਹ ਸੂਝ ਦੇ ਦਿੰਦਾ ਹੈ ਤੇ ਸਿੱਖ ਦਾ ਜੀਵਨ ਇਹ ਜਿਉਂਦਿਆਂ ਜੀ ਸਵਰਗ ਦਾ ਰੂਪ ਧਾਰਨ ਕਰ ਜਾਂਦਾ। ਪਰ ਉਹਦੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ, ਘਬਰਾਹਟ ਨਹੀਂ ਰਹਿੰਦੀ। ਜੇ ਇਹ ਸੱਚ ਸਭਨਾ ਕਾ ਖਸਮ ਹੈ। ਹੁਣ ਵੇਖੋ ਕਿੰਨੀ ਕਮਾਲ ਦੀ ਇੱਥੇ ਸਤਿਗੁਰੂ ਨੇ ਗੱਲ ਕਹਿਤੀ ਕਿ ਇਹ ਜਿਹੜਾ ਪ੍ਰਮਾਤਮਾ ਹੈ ਨਾ, ਪ੍ਰਮਾਤਮਾ ਸੱਚ ਹੈ, ਇਹ ਸੱਚ ਸਭਨਾ ਕਾ ਖਸਮ ਹੈ। ਹੁਣ ਇੱਥੇ ਸੱਚ ਇੱਥੇ ਵੀ ਹੈ, ਸਾਚਾ ਸ਼ਬਦ ਵੀ ਵਰਤਿਆ, ਸਾਚਾ ਵੀ ਵਰਤਿਆ, ਸੱਚ ਵੀ ਵਰਤਿਆ। ਇਹ ਸੱਚ ਸਿਮਰਨ ਹੈ, ਸੱਚ ਗੁਣ ਹੈ, ਸੱਚ ਪਰਮਾਤਮਾ ਹੈ। ਇਹ ਜਿਹੜਾ ਸੱਚ ਹੈ ਜਿਹਦੇ ਨਾਲ ਕਹਿੰਦੇ ਮੈਂ ਤੁਹਾਨੂੰ ਜੋੜ ਰਿਹਾ, ਇਹ ਸਾਰਿਆਂ ਦਾ ਖਸਮ ਹੈ, ਇਹ ਸਾਰਿਆਂ ਦਾ ਮਾਲਕ ਹੈ। ਬਸ ਇਹਦੇ ਨਾਲ ਕਨੈਕਟ ਹੋਣਾ ਜੇ ਤੁਸੀਂ। ਇਹੀ ਸਾਰਿਆਂ ਦਾ ਖਸਮ ਹੈ। ਐਵੇਂ ਗੁਰੂ ਦੇ ਸਿੱਖਾ ਜਗ੍ਹਾ ਜਗ੍ਹਾ ਤੇ ਆਪਣੇ ਖਸਮਾਂ ਬਣਾਉਂਦਾ ਫਿਰੀ। ਬਹੁਤੇ ਖਸਮ ਬਣਾਉਣ ਵਾਲੀ ਨੂੰ ਲੋਕ ਚੰਗਾ ਨਹੀਂ ਕਹਿੰਦੇ ਹੁੰਦੇ। ਜਿਹਦੇ ਜ਼ਿਆਦੇ ਖਸਮ ਹੁੰਦੇ ਨੇ ਉਹਨੂੰ ਲੋਕ ਚੰਗਾ ਨਹੀਂ ਕਹਿੰਦੇ। ਇਹ ਟੁੰਡੇ ਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਇਹ ਬਹੁਤੀ ਝਾਕ ਰੱਖਣ ਵਾਲੀਆਂ ਸੁਹਾਗਣਾ ਨਹੀਂ ਹੁੰਦੀਆਂ, ਤੇ ਜਗ੍ਹਾ ਜਗ੍ਹਾ ਦੇ ਉੱਤੇ ਸਿਰ ਸੁੱਟਣ ਵਾਲਾ ਸਿੱਖ ਨਹੀਂ ਜੀ ਹੁੰਦਾ। ਸਿੱਖ ਉਹੀ ਹੈ ਜਿਹੜਾ ਆਪਣੇ ਗੁਰੂ ਨੂੰ ਕਹਿ ਦੇਵੇ ਵੀ ਸਤਿਗੁਰਾ ਮੈਂ ਤੁਧ ਬਿਨਿਆ ਵਰ ਨਾ ਕੋਈ, ਮੇਰਾ ਹੈ ਹੀ ਕੋਈ ਨਹੀਂ ਤੇਤੋਂ ਬਗੈਰ, ਇਹ ਜ਼ਿੰਦਗੀ ਮੇਰੀ ਤੇਰੇ ਹਵਾਲੇ। ਤੇ ਸਿੱਖ ਜਿਹੜਾ ਉਹ ਪਖੰਡੀਆਂ ਤੇ ਤੁਰਿਆ ਫਿਰੇ, ਸਿੱਖ ਜਿਹੜਾ ਪੀਰਾਂ ਫਕੀਰਾਂ ਤੇ ਤੁਰਿਆ ਫਿਰੇ, ਸਿੱਖ ਨਸ਼ਈਆਂ ਦੇ ਮੂਹਰੇ ਮੱਥਾ ਟੇਕਦਾ ਫਿਰੇ, ਸਿੱਖ ਧਾਗੇ ਬੰਨੇ, ਮੌਲੀਆਂ ਬੰਨੇ, ਕਾਲੇ ਧਾਗੇ ਲੱਤਾਂ ਨੂੰ ਬੰਨੀ ਫਿਰੇ, ਹਨਾ। ਤੇ ਸਿੱਖ ਤਵੀਤ ਗਲਾਂ 'ਚ ਪਾਈ ਫਿਰੇ, ਸਿੱਖ ਪੁੱਛਣਾ ਪੰਡਤਾਂ ਦੇ ਕੋਲੋਂ ਲਵੇ, ਸਿਆਣਿਆਂ ਦੇ ਸਾਹਮਣੇ ਗੋਡੇ ਟਿਕਦਾ ਫਿਰੇ, ਉਹ ਕਾਹਦਾ ਸਿੱਖ? ਸਿੱਖ ਨਕਲੀ ਸਾਧਾਂ ਦੇ ਸਾਹਮਣੇ ਜਾ ਕੇ ਆਪਣਾ ਮੱਥਾ ਟੇਕੇ, ਉਹ ਕਾਹਦਾ ਸਿੱਖ? ਸਿੱਖ ਉਹੀ ਹੈ ਜਿਹਦਾ ਗੁਰੂ ਮਾਲਕ ਹੋ ਗਿਆ। ਸਮਝਿਓ, ਸਿੱਖ ਕੌਣ ਹੈ ਜੀ? ਜਿਹਦਾ ਗੁਰੂ ਮਾਲਕ ਹੋ ਗਿਆ, ਜਿਹੜਾ ਗੁਰੂ ਤੋਂ ਬਗੈਰ ਕਿਸੇ ਹੋਰ ਸਾਹਮਣੇ ਨਾ ਜਾਵੇ, ਜਿਹੜਾ ਸਮਝੇ ਵੀ ਮੇਰੇ ਗੁਰੂ ਨੇ ਦੱਸ ਦਿੱਤਾ ਵੀ ਸੱਚ ਸਭਨਾਂ ਦਾ ਖਸਮ ਹੈ, ਉਹੀ ਇੱਕ ਸਾਰਿਆਂ ਦਾ ਮਾਲਕ ਹੈ। ਹੁਣ ਉਹ ਤੋਂ ਬਗੈਰ ਮੈਂ ਝੁਕਣਾ ਨਹੀਂ ਕਿਸੇ ਸਾਹਮਣੇ, ਉਹ ਤੋਂ ਬਗੈਰ ਮੈਂ ਕਿਸੇ ਨੂੰ ਨਹੀਂ ਧਿਆਉਣਾ। ਰੱਬ ਦੇ ਬਣਾਏ ਹੋਏ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਏ। ਰੱਬ ਨਹੀਂ ਬਣਾਏ ਐ, ਖੁਦ ਨੂੰ ਰੱਬ ਸਮਝਣ ਲੱਗ ਪਏ। ਓਏ ਕਮਲਿਓ, ਜਿਹਨੇ ਤੁਹਾਨੂੰ ਪੈਦਾ ਕੀਤਾ ਨਾ, ਤੁਸੀਂ ਉਹ ਤੋਂ ਵੱਡੇ ਨਹੀਂ ਹੋ ਸਕਦੇ। ਜਿਹਨੇ ਤੁਹਾਨੂੰ ਬਣਾਇਆ, ਤੁਸੀਂ ਉਹ ਤੋਂ ਮਹਾਨ ਨਹੀਂ ਹੋ ਸਕਦੇ। ਤੇ ਆਹੀ ਖਾਸੀਅਤ ਹੈ ਗੁਰਬਾਣੀ ਦੇ ਵਿੱਚ ਕਿ ਗੁਰਬਾਣੀ ਸਿੱਧੀ ਕਨੈਕਟ ਕਰਦੀ ਹੈ ਰੱਬ ਨਾਲ, ਸੈਂਟਰ ਵਿੱਚ ਕਿਸੇ ਨੂੰ ਨਹੀਂ ਚੁਣਦੀ। ਸੋ ਜਿਹੜਾ ਸਭਨਾਂ ਦਾ ਮਾਲਕ, ਸਭਨਾਂ ਦਾ ਖਸਮ ਹੈ, ਕਿਉਂ ਨਾ ਆਪਾਂ ਉਹਦੇ ਨਾਲ ਜੁੜੀਏ। ਸਾਨੂੰ ਕੀ ਜ਼ਰੂਰਤ ਪਈ ਆਪਾਂ ਸੈਂਟਰ ਦੇ ਵਿੱਚ ਹੋਰ ਲੋਕਾਂ ਨੂੰ ਬਣਾਉਂਦੇ ਰਹੀਏ, ਹੋਰ ਲੋਕਾਂ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰਦੇ ਰਹੀਏ। ਕੋਈ ਲੋੜ ਨਹੀਂ, ਸਿੱਧੇ ਹੀ ਹੋ ਜੋ ਕਨੈਕਟ। ਕੋਈ ਲੋੜ ਨਹੀਂ ਕਿਸੇ ਦੇ ਸਾਹਮਣੇ ਜਾ ਕੇ ਆਪਣਾ ਸਿਰ ਨਵਾਉਣ ਦੀ। ਅੱਗੇ ਸੁਣਿਓ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਜਿਹੜਾ ਮਾਲਕ ਸਾਰਿਆਂ ਦਾ ਖਸਮ ਹੈ, ਸਾਰਿਆਂ ਦਾ ਮਾਲਕ ਹੈ, ਜਿਸ ਦੇ ਉੱਤੇ ਉਹ ਮਿਹਰ ਕਰਦਾ, ਜਿਹਦੇ ਉੱਤੇ ਉਹ ਰਹਿਮਤ ਕਰਦਾ, ਉਹਨਾਂ ਨੂੰ ਹੀ ਉਹ ਪ੍ਰਾਪਤ ਹੁੰਦਾ। ਹੁਣ ਉਹਦੀ ਰਹਿਮਤ ਕਿੱਦਾਂ ਹੋਵੇਗੀ? ਗੁਰੂ ਦੇ ਬਚਨ ਕਮਾ ਕੇ ਉਹਦੀ ਰਹਿਮਤ ਹੋਵੇਗੀ ਗੁਰਪ੍ਰਸਾਦ ਰਾਹੀਂ। ਜਦੋਂ ਗੁਰੂ ਦੀ ਕਿਰਪਾ ਨੂੰ ਧਾਰਨ ਕਰ ਲਓਗੇ, ਫਿਰ ਉਹਦੀਆਂ ਰਹਿਮਤਾਂ ਹੀ ਰਹਿਮਤਾਂ ਨੇ। ਹੁਣ ਇਹ ਮਤ ਸਮਝਿਓ ਵੀ ਉਹਦੀ ਰਹਿਮਤ ਕਦੇ ਕਿਸ਼ਤਾਂ ਦੇ ਵਿੱਚ ਆਉਂਦੀ ਹੈ, ਉਹ ਤਾਂ ਰਹਿਮਤ ਉਹਦੀ ਚੱਲਦੀ ਰਹਿੰਦੀ। ਪਰ ਆਪਾਂ ਉਹਦੀ ਰਹਿਮਤ ਨੂੰ ਐਕਸੈਪਟ ਨਹੀਂ ਕਰਦੇ ਹਾਂ। ਕਸੂਰ ਸਾਡਾ, ਆਪਾਂ ਉਹਨੂੰ ਨਹੀਂ ਸਮਝਦੇ ਹਾਂ, ਕਸੂਰ ਸਾਡਾ। ਗੁਰੂ ਦੇ ਬਚਨ ਕਮਾਓਗੇ, ਗੁਰੂ ਦੀ ਗੱਲ ਨੂੰ ਪੱਲੇ ਬੰਨੋਗੇ, ਗੁਰੂ ਮੁਤਾਬਕ ਤੁਰੋਗੇ, ਉਹਦੀਆਂ ਰਹਿਮਤਾਂ ਹੀ ਰਹਿਮਤਾਂ ਹੋਣੀਆਂ ਨੇ। ਫਿਰ ਜ਼ਿੰਦਗੀ ਦੇ ਵਿੱਚ ਕੋਈ ਹਾਰ ਨਹੀਂ ਹੋਣੀ। ਸਤਿਗੁਰੂ ਕਹਿੰਦੇ, ਕਹਿ ਨਾਨਕ ਸੱਚ ਸੁਹੇਲਾ। ਸਭ ਕਹਿੰਦੇ ਨੇ ਇਸ ਲਈ ਮੈਂ ਕਹਿੰਦਾ ਸੱਚ ਹੀ ਸੁਹੇਲਾ ਹੈ। ਸੱਚ ਕੀ ਹੈ? ਪਰਮਾਤਮਾ ਦੇ ਗੁਣ, ਵਾਹਿਗੁਰੂ ਦਾ ਸਿਮਰਨ, ਉਹਨੂੰ ਯਾਦ ਰੱਖਣਾ, ਨੇਕ ਕਮਾਈਆਂ ਕਰਨੀਆਂ, ਲਾਈਫ ਨੂੰ ਉਹਦੇ ਰਸਤੇ ਉੱਤੇ ਤੋਰਨਾ। ਇਹ ਇੱਕ ਖੁਸ਼ੀ ਦਾ ਗੀਤ ਹੈ। ਸੱਚੇ ਘਰ ਗਾਵੇ
ਤੇ ਆਪਾਂ ਗਾਉਣਾ ਜੀ ਕਿੱਥੇ ਹੈ? ਸੱਚ ਦੇ ਘਰ ਦੇ ਵਿੱਚ। ਗੁਰੂ ਦੀ ਸੰਗਤ ਕਰਨੀ ਹੈ ਤੇ ਆਪਣੇ ਅੰਦਰ ਵੀ ਗੁਣਾਂ ਦੀ ਸੰਗਤ ਵੀ ਕਰਨੀ ਹੈ। ਮੈਂ ਸਮਝਦਾ ਕਿ ਇਹ ਗੁਣਾਂ ਦੀ ਸੰਗਤ ਨੂੰ ਹੀ ਇੱਥੇ ਆਖਿਆ ਗਿਆ, ਇਹ ਸੱਚੇ ਘਰ ਵਿੱਚ ਗਾ। ਭਾਵ ਆਪਣੀ ਅਵਸਥਾ ਨੂੰ ਉੱਚੀ ਚੁੱਕ, ਆਪਣੇ ਆਪ ਨੂੰ ਉੱਚਾ ਚੁੱਕ ਤੇ ਚੰਗਿਆਂ ਦੀ ਸੰਗਤ ਕਰ, ਰੱਬ ਨਾਲ ਜੁੜਿਆਂ ਹੋਇਆਂ ਦੀ ਸੰਗਤ ਕਰ, ਪਖੰਡੀਆਂ ਤੋਂ ਦੂਰ ਰਹਿ, ਜਿਹੜੇ ਆਪਣੇ ਗੋਡੇ ਗਿੱਟੇ ਘਟਾਉਂਦੇ ਨੇ ਉਹਨਾਂ ਤੋਂ ਦੂਰ ਰਹਿ। ਗੁਰੂ ਦਾ ਸਿੱਖ ਐਸਾ ਹੋਵੇ ਜਿਹੜਾ ਗੁਰੂ ਦੇ ਸਾਹਮਣੇ ਹੀ ਝੁਕੇ। ਗੁਰੂ ਦਾ ਸਿੱਖ ਉਹ ਹੋਵੇ ਜਿਹੜਾ ਗੁਰੂ ਤੋਂ ਬਗੈਰ ਕਦੀ ਕਿਸੇ ਦੇ ਸਾਹਮਣੇ ਝੁਕਣ ਦੀ ਗਲਤੀ ਕਦੇ ਨਾ ਕਰੇ। ਸੋ ਆਓ ਪਿਆਰਿਓ, ਇਸ ਪਾਵਨ ਬਾਣੀ ਦੀ ਪੌੜੀ ਵਿੱਚ ਜੋ ਬਖਸ਼ਿਸ਼ ਹੋਈ ਹੈ ਉਹਨੂੰ ਆਪਾਂ ਪੱਲੇ ਬੰਨ੍ਹ ਕੇ ਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ। ਇਤਨੀਆਂ ਬੇਨਤੀਆਂ ਸਵੀਕਾਰ ਕਰੋ। ਭੁੱਲ ਚੁੱਕ ਦੀ ਖਿਮਾ। ਆਨੰਦ ਸਾਹਿਬ ਦੀ ਇੱਕ ਪੌੜੀ ਹੋਰ ਬਾਕੀ ਹੈ, ਉਹ ਵੀ ਅਗਲੀ ਵੀਡੀਓ ਦੇ ਵਿੱਚ ਸਰਵਣ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।